गुड मॉर्निंग स्टूडेंट्स। ਅੱਜ ਆਪਾਂ ਸੌਫਟਵੇਅਰ ਇੰਜੀਨੀਅਰਿੰਗ ਦਾ ਚੈਪਟਰ ਨੰਬਰ 2 ਕਰਾਂਗੇ, ਜਿਸ ਦਾ ਨਾਮ ਹੈ ਓਵਰਵਿਊ ਆਫ ਸਿਸਟਮ ਐਨਾਲਾਈਜ਼ ਐਂਡ ਡਿਜ਼ਾਈਨ। ਓਵਰਵਿਊ ਆਫ ਸਿਸਟਮ ਐਨਾਲਾਈਜ਼ ਔਰ ਡਿਜ਼ਾਈਨ ਦੇ ਵਿੱਚ ਆਪਾਂ ਕੀ ਪੜਾਂਗੇ। ਨੰਬਰ 1 ਪੜਾਂਗੇ ਆਪਾਂ ਸਿਸਟਮ ਐਨਾਲਾਈਜ਼ ਕੀ ਹੈ, ਵਾਟ ਇਜ਼ ਸਿਸਟਮ ਐਨਾਲਾਈਜ਼, ਉਹਦੀ ਨੀਡ ਕੀ ਹੈ, ਸਿਸਟਮ ਐਨਾਲਾਈਜ਼ ਕੀ ਹੈ ਔਰ ਉਹਦੀ ਆਪਾਂ ਨੂੰ ਜ਼ਰੂਰਤ ਕਿਉਂ ਪੈਂਦੀ ਹੈ। ਥਰਡ ਉਸ ਤੋਂ ਬਾਅਦ ਨੈਕਸਟ ਆਪਾਂ ਪੜਾਂਗੇ ਵਾਟ ਇਜ਼ ਸਿਸਟਮ ਡਿਜ਼ਾਈਨ, ਸਿਸਟਮ ਡਿਜ਼ਾਈਨ ਕੀ ਹੈ, ਸਿਸਟਮ ਡਿਜ਼ਾਈਨ ਕੀ ਹੈ ਔਰ ਉਹਦੇ ਵਿੱਚ ਕੀ ਹੁੰਦਾ ਵਾ, ਇਹ ਚੀਜ਼ਾਂ ਨੂੰ ਆਪਾਂ ਸਟੱਡੀ ਕਰਾਂਗੇ। ਇਸ ਤੋਂ ਇਲਾਵਾ ਆਪਾਂ ਪੜਾਂਗੇ ਬੇਸਿਸ ਆਫ ਸਿਸਟਮ ਡਿਵੈਲਪਮੈਂਟ ਲਾਈਫ ਸਾਈਕਲ। ਸਿਸਟਮ ਡਿਵੈਲਪਮੈਂਟ ਲਾਈਫ ਸਾਈਕਲ ਜਿਹੜਾ ਹੁੰਦਾ ਉਹਦੇ 'ਚ ਕਿਹੜੇ ਪੜਾਅ ਆਉਂਦੇ ਨੇ ਉਹਨਾਂ ਬਾਰੇ ਆਪਾਂ ਡਿਟੇਲ ਦੇ ਵਿੱਚ ਸਟੱਡੀ ਕਰਾਂਗੇ। ਸੋ ਇਸ ਚੈਪਟਰ ਦੇ ਵਿੱਚ ਆਪਾਂ 3 ਚੀਜ਼ਾਂ ਪੜਾਂਗੇ। ਸੋ ਪਹਿਲਾਂ ਆਪਾਂ ਸਟੱਡੀ ਕਰਦੇ ਹਾਂ ਵਾਟ ਇਜ਼ ਸਿਸਟਮ ਐਨਾਲਾਈਜ਼। ਸਿਸਟਮ ਐਨਾਲਾਈਜ਼ ਕੀ ਹੈ, ਜਿਵੇਂ ਆਪਾਂ ਨਾਮ ਤੋਂ ਕਲੀਅਰ ਹੈ। ਸਿਸਟਮ ਆਪਾਂ ਪੜ੍ਹ ਲਿਆ ਸੀ ਕੀ ਹੁੰਦਾ, ਐਨਾਲਾਈਜ਼ ਕਰਨਾ, ਕਿਸੇ ਚੀਜ਼ ਨੂੰ ਘੋਖਣਾ, ਕਿਸੇ ਚੀਜ਼ ਨੂੰ ਧਿਆਨ ਨਾਲ ਸਮਝਣਾ ਕਿ ਉਸ ਦੇ ਵਿੱਚ ਕੀ ਹੈ। ਹੁਣ ਸਿਸਟਮ ਐਨਾਲਾਈਜ਼ ਦੀ ਡੈਫੀਨੇਸ਼ਨ ਹੈਗੀ ਹੈ, ਇਟ ਇਜ਼ ਅ ਪ੍ਰੋਸੈਸ ਆਫ ਕਲੈਕਟਿੰਗ ਐਂਡ ਇੰਟਰਪ੍ਰੀਟਿੰਗ ਫੈਕਟਸ, ਆਈਡੈਂਟੀਫਾਈਂਗ ਦਾ ਪ੍ਰੋਬਲਮਸ ਐਂਡ ਡੀਕੰਪੋਜ਼ਿੰਗ ਆਫ ਆ ਸਿਸਟਮ ਇਨਟੂ ਆ ਕੰਪੋਨੈਂਟਸ। ਅਸੀਂ ਕੀ ਕਰਨਾ, ਇਹਦੇ 'ਚ ਕਲੈਕਟ ਕਰਨੇ ਆ ਅਤੇ ਇੰਟਰਪ੍ਰੀਟ ਕਰਨੇ ਆ ਫੈਕਟ, ਕਿਹੜੀਆਂ ਪ੍ਰੋਬਲਮਸ ਆ ਰਹੀਆਂ ਨੇ ਉਹਨੂੰ ਆਈਡੈਂਟੀਫਾਈ ਕਰਨਾ, ਅਤੇ ਜਿੰਨੇ ਵੀ ਸਿਸਟਮ ਦੇ ਕੰਪੋਨੈਂਟਸ ਨੇ ਉਹਨੂੰ ਅਲੱਗ-ਅਲੱਗ ਕੰਪੋਨੈਂਟ ਨੂੰ ਅਲੱਗ-ਅਲੱਗ ਕਰਕੇ ਉਹਦੀਆਂ ਅਲੱਗ-ਅਲੱਗ ਕੀ ਉਹਦੇ ਰੋਲਸ ਨੇ ਉਹਨਾਂ ਨੂੰ ਆਪਾਂ ਲਿਖਣਾ ਵਾ। System analysis is conducted for the purpose of studying a system or its part in order to identify its objectives. It is a problem-solving technique that improves the system, ensure that all the components of system work efficiently to accomplish their purpose. So basically system analyze ਆਪਾਂ ਕਿਉਂ ਕਰਦੇ ਹਾਂ, ਆਪਾਂ ਸਟੱਡੀ ਕਰਦੇ ਹਾਂ ਉਹਦੇ ਆਬਜੈਕਟਿਵ ਕੀ ਹੈ, ਇੱਕ ਪ੍ਰੋਬਲਮ ਹੁੰਦੀਆਂ ਕਿਹੜੀਆਂ ਪ੍ਰੋਬਲਮਸ ਆ ਰਹੀਆਂ ਨੇ। ਕਿਉਂਕਿ ਜਦੋਂ ਵੀ ਕੋਈ ਕੰਪਨੀ ਤੁਹਾਡੇ ਕੋਲ ਆਏਗੀ ਕਿ ਅਸੀਂ ਆਪਣੇ ਸਿਸਟਮ ਨੂੰ ਡਿਜੀਟਲਾਈਜ਼ ਕਰਨਾ ਵਾ, ਸਿਸਟਮ ਨੂੰ ਅਸੀਂ ਆਟੋਮੈਟਿਕ 'ਤੇ ਲੈ ਕੇ ਆਉਣਾ ਵਾ, ਤਾਂ ਉਸਦੇ ਲਈ ਕੀ ਆ, ਆਪਾਂ ਨੂੰ ਉਹਨਾਂ ਨੂੰ ਇੱਕ ਪ੍ਰੋਬਲਮ ਆ, ਮੈਨੂਅਲ ਸਿਸਟਮ ਤੋਂ ਪ੍ਰੋਬਲਮ ਆ, ਤਾਂ ਮੈਨੂਅਲ ਸਿਸਟਮ ਤੋਂ ਆਪਾਂ ਆਟੋਮੈਟਿਕ ਸਿਸਟਮ ਕਰਨ ਲਈ ਉਹ ਸਿਸਟਮ ਨੂੰ ਪੂਰਾ ਐਨਾਲਾਈਜ਼ ਕਰਨਾ ਪੈਣਾ ਕਿ ਉਹਦਾ ਕੀ ਕੰਮ ਕਰ ਰਿਹਾ, ਕਿਹੜੇ ਪ੍ਰੋਬਲਮਸ ਆ ਰਹੀਆਂ ਨੇ, ਕਿਸ ਤਰ੍ਹਾਂ ਆਪਾਂ ਨੂੰ ਇੰਪਰੂਵ ਕਰ ਸਕਦੇ ਹਾਂ, ਤਾਂ ਕਿਸ ਤਰੀਕੇ ਨਾਲ ਸਾਰੇ ਜਿਹੜੇ ਕੰਪੋਨੈਂਟਸ ਨੇ ਉਹ ਇਫੈਕਟਿਵਲੀ ਵਰਕ ਕਰਨਗੇ। ਇਹ ਸਾਰੀ ਚੀਜ਼ ਆਪਾਂ ਸਿਸਟਮ ਐਨਾਲਾਈਜ਼ ਦੇ ਵਿੱਚ ਸਟੱਡੀ ਕਰਦੇ ਹਾਂ। ਸੋ ਬੇਸਿਕਲੀ ਮੈਂ ਇੱਕ ਵਾਰੀ ਫੇਰ ਰਿਪੀਟ ਕਰਦਾ, ਸਿਸਟਮ ਐਨਾਲਾਈਜ਼ ਕੀ ਹੈ, ਅਸੀਂ ਪ੍ਰੋਬਲਮਸ ਨੂੰ ਉੱਪਰ ਫੋਕਸ ਕਰਦੇ ਹਾਂ ਕਿ ਕਿਹੜੀਆਂ ਪ੍ਰੋਬਲਮਸ ਜਿਹੜੀਆਂ ਯੂਜ਼ਰ ਨੂੰ, ਜਿਹੜੇ ਆਰਗੇਨਾਈਜੇਸ਼ਨ ਆ, ਜਿਹੜਾ ਸਿਸਟਮਾਂ ਨੂੰ ਆ ਰਹੀਆਂ ਨੇ ਔਰ ਉਹਨੂੰ ਕਿਸ ਤਰੀਕੇ ਨਾਲ ਆਪਾਂ ਦੂਰ ਕੀਤਾ ਜਾ ਸਕਦਾ। ਇਸ ਦੇ ਵਿੱਚ ਅਸੀਂ ਸਿਸਟਮ ਐਨਾਲਾਈਜ਼ ਦੀ ਬਦਲ ਲੈਂਦੇ ਹਾਂ। ਹੁਣ ਨੈਕਸਟ ਹੈ ਨੀਡ। ਕਿਉਂ ਨੀਡ ਹੈ, ਸਾਨੂੰ ਕਿਉਂ ਜ਼ਰੂਰਤ ਪੈਂਦੀ ਹੈ ਸਿਸਟਮ ਐਨਾਲਾਈਜ਼ ਦੀ। ਸੋ ਨੀਡ ਦੇ ਵਿੱਚ ਸਾਨੂੰ ਪਹਿਲਾਂ ਆਉਂਦਾ ਕਿ ਸਿਸਟਮ ਆਬਜੈਕਟਿਵ। ਸਾਨੂੰ ਮੇਨ ਲੋੜ ਪੈਂਦੀ ਹੈ ਕਿ ਸਿਸਟਮ ਦਾ ਆਬਜੈਕਟਿਵ ਕੀ ਹੈ, ਸਿਸਟਮ ਦਾ ਕੀ ਆਬਜੈਕਟਿਵ ਆ। ਸਿਸਟਮ ਦੇ ਆਬਜੈਕਟਿਵ ਨੂੰ ਦੇਖਣ ਲਈ ਸਾਨੂੰ ਲੀਡ ਪੈਂਦੀ ਹੈ ਸਿਸਟਮ ਐਨਾਲਾਈਜ਼ ਦੀ, ਕਿ ਸਿਸਟਮ ਦਾ ਕੀ ਆਬਜੈਕਟਿਵ ਆ, ਕੀ ਮੋਟਿਵ ਆ, ਕੀ ਸਿਸਟਮ ਕਿਸ ਤਰੀਕੇ ਨਾਲ ਕੰਮ ਕਰ ਰਿਹਾ, ਕਿਵੇਂ ਕੰਮ ਕਰ ਰਿਹਾ, ਕਿੰਨੀ ਦੇਰ ਤੋਂ ਕੰਮ ਕਰ ਰਿਹਾ, ਕੀ ਪ੍ਰੋਬਲਮਸ ਆ ਰਹੀਆਂ ਨੇ, ਉਹਦਾ ਕਿਸ ਪਰਪਸ ਲਈ ਕੰਮ ਕਰ ਰਿਹਾ, ਉਹ ਸਾਰੀਆਂ ਚੀਜ਼ਾਂ ਅਸੀਂ ਸਿਸਟਮ ਆਬਜੈਕਟਿਵ। ਸੋ ਪਹਿਲੀ ਸਾਡੀ ਲੋੜ ਇਹ ਹੈ ਕਿ ਸਿਸਟਮ ਦੇ ਆਬਜੈਕਟਿਵ ਕਲੀਅਰ ਕਰਨ ਲਈ ਸਾਨੂੰ ਨੀਡ ਪੈਂਦੀ ਹੈ ਸਿਸਟਮ ਐਨਾਲਾਈਜ਼ ਦੀ, ਕਿ ਸਿਸਟਮ ਦੇ ਆਬਜੈਕਟਿਵ ਕੀ ਹੈ। ਜਿਸ ਤਰ੍ਹਾਂ ਹਰ ਇੱਕ ਕੰਪਨੀ ਤੁਸੀਂ ਦੇਖੋਗੇ ਉਹਨਾਂ ਦੇ ਆਬਜੈਕਟਿਵ ਲਿਖੇ ਹੁੰਦੇ, ਸਾਡੇ ਆਹ ਆਬਜੈਕਟਿਵਸ ਨੇ। ਨੈਕਸਟ ਕੀ ਹੈ, ਨੀਡ ਹੈਗੀ ਹੈ ਸਿਸਟਮ ਦੀ ਬਾਉਂਡਰੀਜ਼ ਨੂੰ ਐਸਟੈਬਲਿਸ਼ ਕਰਨ ਲਈ। ਠੀਕ ਹੈ, ਸਿਸਟਮ ਬਾਉਂਡਰੀਜ਼ ਕੀ ਹੈ, ਅਸੀਂ ਦੇਖਦੇ ਹਾਂ ਕਿ ਸਿਸਟਮ ਹੈ ਉਹਦੀਆਂ ਬਾਉਂਡਰੀਜ਼ ਕਿੰਨੀਆਂ ਨੇ, ਉਹਦੀਆਂ ਬਾਉਂਡਰੀਜ਼ ਨੂੰ ਐਸਟੈਬਲਿਸ਼ ਕਰਨ ਲਈ ਸਾਨੂੰ ਨੀਡ ਪੈਂਦੀ ਹੈ ਸਿਸਟਮ ਨੂੰ ਐਨਾਲਾਈਜ਼ ਕਰਨ ਦੀ। ਸਿਸਟਮ ਦੀਆਂ ਬਾਉਂਡਰੀਜ਼ ਕੀ ਨੇ, ਕਿਸ ਬਾਉਂਡਰੀ 'ਤੇ ਕੰਮ ਕਰੇਗਾ, ਕਿਹੜੇ ਲੋਕ ਇਨਵੋਲਵ ਨੇ, ਕਿਹੜੀਆਂ ਇਨਪੁਟਸ ਹੋਣਗੀਆਂ, ਕਿਹੜੀਆਂ ਆਊਟਪੁੱਟਸ ਹੋਣਗੀਆਂ, ਕੰਟਰੋਲ ਸਿਸਟਮ ਕਿਹੜਾ ਹੋਏਗਾ, ਇਹ ਸਾਰਾ ਕੁਝ ਦੇਖਣ ਲਈ ਸਾਨੂੰ ਨੀਡ ਪੈਂਦੀ ਹੈ ਸਿਸਟਮ ਐਨਾਲਾਈਜ਼ ਦੀ। ਨੈਕਸਟ ਇਜ਼ ਸਿਸਟਮ ਇੰਪੋਰਟੈਂਸ। ਸਿਸਟਮ ਦੀ ਕੀ ਇੰਪੋਰਟੈਂਸ ਆ ਆਰਗੇਨਾਈਜੇਸ਼ਨ ਦੇ ਵਿੱਚ, ਸਿਸਟਮ ਦੀ ਕੀ ਇੰਪੋਰਟੈਂਟ ਆ ਸੁਸਾਇਟੀ ਦੇ ਵਿੱਚ, ਸਿਸਟਮ ਦੀ ਕੀ ਇੰਪੋਰਟੈਂਟ ਆ ਦੇਸ਼ ਦੇ ਲਈ। ਇਹ ਸਿਸਟਮ ਦੀ ਇੰਪੋਰਟੈਂਸ ਦੇਖਣ ਲਈ, ਉਹਨੂੰ ਉਸ ਹਿਸਾਬ ਨਾਲ ਡਿਜ਼ਾਈਨ ਕਰਨ ਲਈ, ਉਸ ਹਿਸਾਬ ਨਾਲ ਸਟ੍ਰੈਟਜੀ ਬਣਾਉਣ ਲਈ ਸਾਨੂੰ ਸਿਸਟਮ ਐਨਾਲਾਈਜ਼ ਕਰਨ ਦੀ ਲੋੜ ਪੈਂਦੀ ਹੈ। ਨੈਕਸਟ ਆ ਨੇਚਰ ਆਫ ਸਿਸਟਮ। ਇਹਦੇ 'ਚ ਅਸੀਂ ਦੇਖਾਂਗੇ ਕਿ ਸਿਸਟਮ ਦਾ ਨੇਚਰ ਕਿਹੜਾ ਵਾ, ਉਹ ਦੇਖਣ ਲਈ ਅਸੀਂ ਦੇਖਾਂਗੇ ਕਿ ਸਿਸਟਮ ਓਪਨ ਸਿਸਟਮ ਆ ਜਾਂ ਕਲੋਜ਼ ਸਿਸਟਮ ਆ, ਮੈਨ ਮੇਡ ਸਿਸਟਮ ਆ, ਨੈਚੁਰਲ ਸਿਸਟਮ ਆ, ਕਿਹੜਾ ਸਿਸਟਮ ਆ,
ਉਹਨੂੰ ਸਟੱਡੀ ਕਰਨ ਲਈ, ਦੇਖਣ ਲਈ ਆਪਾਂ ਨੂੰ ਵੀ ਸਿਸਟਮ ਐਨਾਲਾਈਜ਼ ਦੀ ਲੋੜ ਪੈਂਦੀ ਹੈ। ਨੈਕਸਟ ਇਜ਼ ਰੋਲ ਆਫ ਦਾ ਸਿਸਟਮ ਐਜ਼ ਇੰਟਰਫੇਸ। ਸਿਸਟਮ ਦਾ ਰੋਲ ਐਜ਼ ਆ ਇੰਟਰਫੇਸ, ਕਿਉਂਕਿ ਆਪਾਂ ਦੇਖਿਆ ਸੀ ਕਿ ਇੱਕ ਸਿਸਟਮ ਹੈ ਉਹ ਆਪਣੇ ਇਨਵਾਇਰਮੈਂਟ ਨਾਲ ਵੀ ਇੰਟਰੈਕਟ ਕਰਦਾ, ਤਾਂ ਉਹ ਸਿਸਟਮ ਦਾ ਰੋਲ ਐਜ਼ ਆ ਇੰਟਰਫੇਸ ਕੀ ਆ, ਉਹਨੂੰ ਸਟੱਡੀ ਕਰਨ ਲਈ ਵੀ ਸਾਨੂੰ ਸਿਸਟਮ ਐਨਾਲਾਈਜ਼ ਦੀ ਲੋੜ ਪੈਂਦੀ ਹੈ। ਪਾਰਟੀਸਪੇਸ਼ਨ ਆਫ ਯੂਜ਼ਰ ਨੇ ਕਿਹੜੇ ਪਾਰਟੀਸਪੇਟ ਕਰਨਾ ਵਾ, ਕੀ ਪਾਰਟੀਸਪੇਟ ਕਰਨਗੇ, ਉਹ ਕੀ ਕੰਮ ਕਰਨਗੇ, ਕਿਸ ਤਰੀਕੇ ਨਾਲ ਇਹਨੂੰ ਯੂਜ਼ ਕਰਨਗੇ, ਉਹਨੂੰ ਦੇਖਣ ਲਈ ਕਿ ਕਿਹੜੇ ਯੂਜ਼ਰ ਯੂਜ਼ ਕਰਨਗੇ, ਜਿਹੜੇ ਇਹਨੂੰ ਯੂਜ਼ਰ ਯੂਜ਼ ਕਰ ਰਹੇ ਆ ਉਹਨਾਂ ਨੂੰ ਨੌਲੇਜ ਹੈ ਵੀ ਜਾਂ ਨਹੀਂ ਹੈ, ਉਹਨਾਂ ਨੂੰ ਕੰਮ ਕਿਸ ਤਰੀਕੇ ਨਾਲ ਕਰ ਰਹੇ ਨੇ, ਉਹ ਸਾਰੀਆਂ ਚੀਜ਼ਾਂ ਨੂੰ ਦੇਖਣ ਲਈ ਵੀ ਸਾਨੂੰ ਸਿਸਟਮ ਐਨਾਲਾਈਜ਼ ਦੀ ਲੋੜ ਪੈਂਦੀ ਹੈ। ਔਰ ਨੈਕਸਟ ਹੈਗਾ ਵਾ ਅੰਡਰਸਟੈਂਡਿੰਗ ਰਿਸੋਰਸਿਸ ਨੀਡ। ਰਿਸੋਰਸਿਸ ਕਿਹੜੇ ਚਾਹੀਦੇ ਨੇ ਸਾਨੂੰ, ਅਗਰ ਅਸੀਂ ਸਿਸਟਮ ਐਨਾਲਾਈਜ਼ ਕਰਦੇ ਹਾਂ ਤਾਂ ਸਾਨੂੰ ਪਤਾ ਲੱਗ ਜਾਂਦਾ ਕਿ ਅਸੀਂ ਸਿਸਟਮ ਡਿਜ਼ਾਈਨ ਕਰਾਂਗੇ, ਮੋਟਾ ਸਾਨੂੰ ਪਤਾ ਲੱਗ ਜਾਂਦਾ ਕਿ ਸਾਨੂੰ ਕਿਹੜਾ ਹਾਰਡਵੇਅਰ ਚਾਹੀਦੇ ਆ, ਕਿਹੜੇ ਸੌਫਟਵੇਅਰ ਚਾਹੀਦੇ ਆ, ਕਿੱਦਾਂ ਦੀ ਨੈਟਵਰਕਿੰਗ ਚਾਹੀਦੀ ਆ, ਕਿੰਨੇ ਪੀਸੀਸ ਚਾਹੀਦੇ ਆ, ਉਹ ਸਾਰਾ ਕੁਝ ਸਾਨੂੰ ਪਤਾ ਲੱਗ ਜਾਂਦਾ ਵਾ। ਅਗਰ ਕਿ ਹੋਰ ਸਾਨੂੰ ਰਿਸੋਰਸਿਸ ਚਾਹੀਦੇ ਨੇ ਇਸ ਤੋਂ ਇਲਾਵਾ ਵੀ, ਤਾਂ ਉਹ ਸਾਰੇ ਸਾਨੂੰ ਪਤਾ ਲੱਗ ਜਾਂਦਾ ਅੰਡਰਸਟੈਂਡ ਨੂੰ ਕਿ ਕਿੰਨੇ ਰਿਸੋਰਸਿਸ ਚਾਹੀਦੇ ਆ। ਕਿਉਂਕਿ ਦੇਖੋ ਅਗਰ ਆਪਾਂ ਰਿਸੋਰਸਿਸ ਪਤਾ ਹੋਣਗੇ ਤਾਂ ਉਹ ਚੀਜ਼ ਆਪਾਂ ਜਿਹੜਾ ਬੰਦਾ ਸਾਡੇ ਕੋਲ ਆਇਆ ਕਿ ਸਾਡੇ ਆਰਗੇਨਾਈਜੇਸ਼ਨ ਨੂੰ, ਸਾਡੇ ਸਿਸਟਮ ਨੂੰ ਡਿਜੀਟਲ ਕਰੋ, ਤਾਂ ਉਹਨੂੰ ਪਤਾ ਹੋਣਾ ਚਾਹੀਦਾ। ਆਪਾਂ ਨੂੰ ਦੱਸ ਦਾਂਗੇ ਕਿ ਤੁਹਾਡੇ ਇੰਨਾ ਖਰਚਾ ਆਊਗਾ ਅਪਰੋਕਸੀਮੇਟਲੀ, ਤਾਂ ਉਹ ਅਗਰ ਦੇਖੂਗਾ ਕਿ ਇੰਨਾ ਮੈਨੂੰ ਖਰਚਾ ਆ ਰਿਹਾ, ਮੇਰੇ ਲਈ ਬੈਨੀਫੀਸ਼ੀਅਲ ਹੈ, ਤਾਂ ਸਿਸਟਮ ਨੂੰ ਅੱਗੇ ਪ੍ਰੋਸੀਡ ਕਰੂਗਾ। ਅਗਰ ਉਹਨੂੰ ਨਹੀਂ ਲੱਗ ਰਿਹਾ ਕਿ ਇਹ ਮੈਨੂੰ ਨਹੀਂ ਬੈਨੀਫੀਸ਼ੀਅਲ ਹੈ ਤਾਂ ਉਹ ਪ੍ਰੋਸੀਡ ਨਹੀਂ ਕਰੂਗਾ। ਸੋ ਇਸ ਚੀਜ਼ ਲਈ ਰਿਸੋਰਸਿਸ ਕਿੰਨੇ ਚਾਹੀਦੇ, ਉਹਦੀ ਨੀਡ ਨੂੰ ਆਪਾਂ ਦੇਖਣ ਲਈ ਵੀ ਸਾਨੂੰ ਲੋੜ ਪੈਂਦੀ ਹੈ ਸਿਸਟਮ ਐਨਾਲਾਈਜ਼ ਕਰਨ ਦੀ। ਨੈਕਸਟ ਹੈਗਾ ਅਸੈਸਮੈਂਟ ਆਫ ਫਿਜ਼ੀਬਿਲਿਟੀ। ਫਿਜ਼ੀਬਿਲਿਟੀ ਦੀ ਅਸੈਸਮੈਂਟ ਕਰਨ ਲਈ ਵੀ ਸਾਨੂੰ ਲੋੜ ਪੈਂਦੀ ਹੈ ਸਿਸਟਮ ਨੂੰ ਐਨਾਲਾਈਜ਼ ਕਰਨ ਦੀ। ਫਿਜ਼ੀਬਿਲਿਟੀ ਕਿਹੜੀ ਹੁੰਦੀ ਹੈ, ਟੈਕਨੀਕਲ ਫਿਜ਼ੀਬਿਲਿਟੀ ਹੁੰਦੀ ਹੈ, ਇਕਨੋਮਿਕਲ ਫਿਜ਼ੀਬਿਲਿਟੀ ਹੁੰਦੀ ਹੈ, ਅਤੇ ਓਪਰੇਸ਼ਨਲ ਫਿਜ਼ੀਬਿਲਿਟੀ ਹੁੰਦੀ ਹੈ। ਇਹ ਜਿਹੜੀਆਂ ਫਿਜ਼ੀਬਿਲਿਟੀ ਹੈ ਇਹਦੇ ਵਿੱਚ ਆਪਾਂ ਜਿਹੜਾ ਨੈਕਸਟ ਟੋਪਿਕ ਕਰਾਂਗੇ ਉਹਦੇ ਵਿੱਚ ਡਿਟੇਲ ਨਾਲ ਪੜ੍ਹਾਂਗੇ। ਉਸ ਤੋਂ ਬਾਅਦ ਇੱਕ ਅਲੱਗ ਤੋਂ ਟੋਪਿਕ ਹੈਗਾ ਵਾ 3rd ਚੈਪਟਰ ਸਾਡਾ, ਜਿਹਦੇ 'ਚ ਸਿਰਫ ਫਿਜ਼ੀਬਿਲਿਟੀ ਬਾਰੇ ਬਹੁਤ ਡਿਟੇਲ 'ਚ ਪੜ੍ਹਾਇਆ ਗਿਆ ਵਾ। ਇਹ ਫਿਜ਼ੀਬਿਲਿਟੀ ਕੀ ਹੁੰਦੀ ਹੈ, ਕਿਸ ਤਰੀਕੇ ਨਾਲ ਕੰਮ ਕਰਦੀ ਹੈ, ਇਹਦੇ ਬਾਰੇ ਆਪਾਂ ਨੈਕਸਟ ਟੋਪਿਕ ਦੇ ਵਿੱਚ ਸਟੱਡੀ ਕਰਾਂਗੇ। ਸੋ ਇਹ ਬੇਸਿਕਲੀ ਆਪਾਂ ਨੂੰ ਪਤਾ ਲੱਗ ਗਿਆ ਕਿ ਸਿਸਟਮ ਐਨਾਲਾਈਜ਼ ਕੀ ਆ। ਆਪਾਂ ਸਿਸਟਮ ਨੂੰ ਐਨਾਲਾਈਜ਼ ਕਰਨਾ, ਸਿਸਟਮ ਨੂੰ ਘੋਖਣਾ, ਆਇਡੈਂਟੀਫਾਈ ਕਰਨੀ ਕੀ ਪ੍ਰੋਬਲਮ ਆ, ਕਿਵੇਂ ਸਿਸਟਮ ਵਰਕ ਕਰ ਰਿਹਾ, ਸਾਰਾ ਕੰਮ ਕਰ ਰਿਹਾ, ਉਹ ਸਾਰਾ ਕੁਝ ਆਪਾਂ ਸਿਸਟਮ ਐਨਾਲਾਈਜ਼ ਦੇ ਵਿੱਚ ਕਰਦੇ ਹਾਂ। ਅਤੇ ਲੋੜ ਕਿਉਂ ਪੈਂਦੀ ਆਪਾਂ ਨੂੰ ਐਨਾਲਾਈਜ਼ ਕਰਨ ਦੀ, ਉਹ ਆਪਾਂ ਦੇਖਿਆ ਸੀ ਕਿ ਸਿਸਟਮ ਦੇ ਆਬਜੈਕਟਿਵ ਕੀ ਨੇ, ਸਿਸਟਮ ਦੀਆਂ ਬਾਉਂਡਰੀਜ਼ ਕੀ ਨੇ, ਸਿਸਟਮ ਦੀ ਇੰਪੋਰਟੈਂਸ ਕੀ ਆ, ਸਿਸਟਮ ਦਾ ਨੇਚਰ ਕਿਹੜਾ ਵਾ, ਸਿਸਟਮ ਦਾ ਰੋਲ ਕੀ ਆ ਐਜ਼ ਅ ਇੰਟਰਫੇਸ, ਯੂਜ਼ਰ ਕਿੱਦਾਂ ਦੇ ਕੰਮ ਕਰਨਗੇ, ਇਹਦੇ 'ਚ ਕਿੰਨੇ ਸਾਨੂੰ ਰਿਸੋਰਸਿਸ ਚਾਹੀਦੇ ਨੇ ਨਵਾਂ ਸਿਸਟਮ ਬਣਾਉਣ ਦੇ ਲਈ, ਅਤੇ ਫਿਜ਼ੀਬਿਲਿਟੀ ਦੀ ਅਸੈਸਮੈਂਟ ਕਰਨੀ। ਇਹ ਸਾਰਾ ਕੁਝ ਸਾਨੂੰ ਲੋੜ ਪੈਂਦਾ ਵਾ ਸਿਸਟਮ, ਇਹ ਸਾਰੀ ਲੋੜ ਪੈਂਦੀ ਹੈ ਨੂੰ ਸਿਸਟਮ ਨੂੰ ਐਨਾਲਾਈਜ਼ ਕਰਨ ਲਈ। ਨੈਕਸਟ ਇਜ਼ ਸਿਸਟਮ ਡਿਜ਼ਾਈਨ। ਸੋ ਸਿਸਟਮ ਡਿਜ਼ਾਈਨ ਕੀ ਹੈ, ਸਿਸਟਮ ਡਿਜ਼ਾਈਨ ਦੇ ਵਿੱਚ ਅਸੀਂ ਇੱਕ ਡਿਜ਼ਾਈਨ ਪ੍ਰਪੋਜ਼ ਕਰਦੇ ਹਾਂ ਜਿਹੜਾ ਰਿਪਲੇਸ ਕਰੂਗਾ। ਇਟ ਇਜ਼ ਅ ਪ੍ਰੋਸੈਸ ਆਫ ਪਲੈਨਿੰਗ ਅ ਨਿਊ ਬਿਜ਼ਨਸ ਸਿਸਟਮ ਔਰ ਰਿਪਲੇਸਿੰਗ ਐਨ ਐਗਜ਼ਿਸਟਿੰਗ ਸਿਸਟਮ ਬਾਈ ਡਿਫਾਈਨਿੰਗ its component or module to satisfy the specific requirements. Before planning, you should able to understand the old system thoroughly and determine how computer can best use in order to operate effectively. So system design ਦੇ ਵਿੱਚ ਕੀ ਹੈ, ਪਹਿਲਾਂ ਆਪਾਂ ਸਿਸਟਮ ਐਨਾਲਾਈਜ਼ ਕਰਦੇ ਹਾਂ। ਸਿਸਟਮ ਐਨਾਲਾਈਜ਼ ਤੋਂ ਸੈਕੰਡ ਸਟੈਪ ਹੁੰਦਾ ਸਿਸਟਮ ਡਿਜ਼ਾਈਨ ਦੇ ਵਿੱਚ। ਸਿਸਟਮ ਡਿਜ਼ਾਈਨ ਇੱਕ ਪ੍ਰੋਸੈਸ ਆ ਜਿਹਦੇ 'ਚ ਅਸੀਂ ਪਲੈਨਿੰਗ ਕਰਦੇ ਹਾਂ ਨਿਊ ਬਿਜ਼ਨਸ ਸਿਸਟਮ ਦੀ। ਅਸੀਂ ਨਿਊ ਬਿਜ਼ਨਸ ਸਿਸਟਮ ਲਗਾ ਰਹੇ ਹਾਂ ਜਾਂ ਅਸੀਂ ਰਿਪਲੇਸਿੰਗ ਕਰ ਰਹੇ ਹਾਂ ਐਗਜ਼ਿਸਟਿੰਗ ਸਿਸਟਮ। ਪਹਿਲਾਂ ਮੈਨੂਅਲ ਸਿਸਟਮ ਸੀ, ਹੁਣ ਤੇ ਅਸੀਂ ਕੰਪਿਊਟਰਾਈਜ਼ ਸਿਸਟਮ ਲਗਾ ਰਹੇ ਹਾਂ ਬਾਈ ਡਿਫਾਈਨਿੰਗ ਇਟਸ ਕੰਪੋਨੈਂਟ। ਉਹਦੇ ਕੰਪੋਨੈਂਟ ਨੂੰ ਡਿਫਾਈਨ ਕਰਦੇ ਹੋਏ, ਉਹਦੇ ਮੋਡਿਊਲਸ ਨੂੰ ਡਿਫਾਈਨ ਕਰਦੇ ਹੋਏ, ਤਾਂ ਕਿ ਜਿੰਨੀਆਂ ਵੀ ਇਹਦੀਆਂ ਸਪੈਸੀਫਿਕ ਰਿਕੁਆਇਰਮੈਂਟਸ ਹੈ ਉਹਨੂੰ ਸੈਟਿਸਫਾਈ ਹੋ ਸਕਣ। ਇਨ ਸ਼ਾਰਟ ਜਿਹੜੀਆਂ ਕਸਟਮਰ ਦੀਆਂ ਪ੍ਰੋਬਲਮਸ ਨੇ, ਜਿਹੜੀਆਂ ਸਿਸਟਮ ਦੀਆਂ ਪ੍ਰੋਬਲਮਸ ਨੇ, ਉਹ ਠੀਕ ਹੋ ਸਕਣ। ਹੁਣ ਪਲੈਨਿੰਗ ਤੋਂ ਪਹਿਲਾਂ ਸਾਨੂੰ ਕੀ ਕਰਨਾ ਪੈਂਦਾ, ਪੁਰਾਣੇ ਸਿਸਟਮ ਨੂੰ ਐਨਾਲਾਈਜ਼ ਕਰਨਾ ਪੈਂਦਾ, ਸਟੱਡੀ ਥੋਰੋਲੀ, ਮਤਲਬ ਉਹਨੂੰ ਐਨਾਲਾਈਜ਼ ਕਰਨਾ ਪੈਂਦਾ ਅਤੇ ਆਪਾਂ ਨੂੰ ਦੇਖਣਾ ਪੈਂਦਾ ਕਿ ਕਿਸ ਤਰੀਕੇ ਨਾਲ ਜਿਹੜੇ ਕੰਪਿਊਟਰ ਨੇ ਉਹ ਨਵੇਂ ਸਿਸਟਮ ਬਣਾ ਕੇ ਇਫੈਕਟਿਵਲੀ ਕੰਮ ਕਰਨਗੇ। ਸੋ ਬੇਸਿਕਲੀ ਡਿਜ਼ਾਈਨਿੰਗ 'ਚ ਆਪਾਂ ਕੀ ਯੂਜ਼ ਕਰਦੇ ਹਾਂ, ਅਸੀਂ ਪਹਿਲਾਂ ਐਨਾਲਾਈਜ਼ ਕੀਤਾ ਸਿਸਟਮ ਨੂੰ ਕਿ ਕਿਵੇਂ ਵਰਕ ਕਰਦਾ, ਕੀ ਕੰਮ ਕਰ ਰਿਹਾ, ਕਿਸ ਤਰ੍ਹਾਂ ਕੰਮ ਕਰਦਾ, ਫਿਰ ਅਸੀਂ ਡਿਜ਼ਾਈਨ ਕਰਾਂਗੇ ਕਿ ਕਿਸ ਤਰੀਕੇ ਨਾਲ ਅਸੀਂ ਇੱਕ ਐਨਾਲਾਈਜ਼ ਅਸੀਂ ਕੀ ਫਾਈਂਡ ਆਊਟ ਕਰਦੇ ਹਾਂ ਕਿ ਪ੍ਰੋਬਲਮਸ ਕੀ ਆ ਰਹੀਆਂ, ਔਰ ਡਿਜ਼ਾਈਨ 'ਚ ਅਸੀਂ ਕੀ ਦੱਸਦੇ ਹਾਂ, ਉਹਨਾਂ ਪ੍ਰੋਬਲਮ ਦਾ ਸੋਲਿਊਸ਼ਨ ਦੱਸਦੇ ਹਾਂ। ਜਿਹੜਾ ਸਾਡਾ ਕਲਾਇੰਟ ਹੈ ਉਹਨੂੰ ਸਾਡੇ ਪ੍ਰੋਬਲਮ ਦਾ ਸੋਲਿਊਸ਼ਨ ਦੱਸਦੇ ਹਾਂ ਕਿ ਦੇਖੋ ਤੁਹਾਡਾ ਪੁਰਾਣਾ ਸਿਸਟਮ ਇਸ ਤਰੀਕੇ ਨਾਲ ਵਰਕ ਕਰ ਰਿਹਾ,
ਜਿਹੜਾ ਤੁਹਾਡਾ ਨਵਾਂ ਸਿਸਟਮ ਹੋਏਗਾ ਉਹ ਇਸ ਤਰੀਕੇ ਨਾਲ ਵਰਕ ਕਰੇਗਾ, ਤੁਹਾਡਾ ਟਾਈਮ ਬਚੇਗਾ। ਜਿਸ ਤਰ੍ਹਾਂ ਉਹ ਬਿਲਿੰਗ ਦਾ ਆਪਾਂ ਐਗਜ਼ਾਮਪਲ ਲੈ ਲੈਂਦੇ ਹਾਂ, ਉਹ ਪਹਿਲੀ ਬਿਲਿੰਗ ਮੈਨੂਅਲੀ ਹੱਥਾਂ ਨਾਲ ਕਰਦੇ ਸੀ ਬਿੱਲ ਬਣਾ ਕੇ, ਕਿਉਂਕਿ ਕਸਟਮਰ ਆਉਂਦਾ ਸੀ ਉਹਨੂੰ ਹੱਥਾਂ ਨਾਲ ਬਿੱਲ ਬਣਾ ਕੇ ਦਿੰਦੇ ਸੀ, ਇੱਕ ਬੰਦਾ ਬੈਠਾ ਸੀ ਉਹ ਬਿੱਲ ਬਣਾ ਕੇ ਉਹਨੂੰ ਦਿੰਦਾ ਸੀ। ਹੁਣ ਜਿਹੜੀ ਨਵੀਂ ਬਿਲਿੰਗ ਹੋਏਗੀ ਉਹ ਕੰਪਿਊਟਰਾਈਜ਼ ਹੋਏਗੀ, ਔਰ ਕੰਪਿਊਟਰਾਈਜ਼ ਹੋਏਗੀ ਇਸ ਲਈ ਜਿਹੜਾ ਹਿਊਮਨ ਐਰਰ ਆ ਉਹ ਬਿਲਕੁਲ ਜ਼ੀਰੋ ਹੋ ਜਾਏਗਾ। ਹਿਊਮਨ ਐਰਰ ਦੀ ਕੋਈ ਡੇਟ ਨਹੀਂ ਸਮਝ ਲੱਗੀ, ਡੇਟ ਗਲਤ ਪੈ ਗਈ ਜਾਂ ਕੋਈ ਨੰਬਰ ਗਲਤ ਪੈ ਗਿਆ, ਉਹ ਪ੍ਰੋਬਲਮਸ ਨਹੀਂ ਹੋਣਗੀਆਂ। ਔਰ ਇਹਦੇ ਨਾਲ ਕੀ ਹੈ, ਜਿਹੜੀ ਆਪਣੀ ਬੇਸਿਕਲੀ ਇੱਕ ਪ੍ਰੋਬਲਮ ਸੀ ਉਹਦਾ ਸੋਲੂਸ਼ਨ ਆਪਾਂ ਦਿੱਤਾ, ਇੱਕ ਪ੍ਰੋਬਲਮ ਸੀ ਉਹਦਾ ਆਪਾਂ ਸੋਲੂਸ਼ਨ ਦਿੱਤਾ। ਸੋ ਬੇਸਿਕਲੀ ਆਪਾਂ ਕਰਦੇ ਹਾਂ ਐਨਾਲਾਈਜ਼, ਆਪਾਂ ਆਇਡੈਂਟੀਫਾਈ ਕਰਦੇ ਹਾਂ ਪ੍ਰੋਬਲਮ, ਔਰ ਡਿਜ਼ਾਈਨ ਦੇ ਵਿੱਚ ਆਪਾਂ ਪ੍ਰੋਵਾਈਡ ਕਰਦੇ ਹਾਂ ਸੋਲੂਸ਼ਨ। ਸੋ ਇਸ ਦੇ ਨਾਲ ਹੀ ਆਪਣਾ ਲੈਕਚਰ 3 ਦਾ 2 ਟੌਪਿਕ ਖਤਮ ਹੁੰਦੇ ਆ। ਨੈਕਸਟ ਲੈਕਚਰ 'ਚ ਆਪਾਂ ਸਿਸਟਮ ਡਿਵੈਲਪਮੈਂਟ ਲਾਈਫ ਸਾਈਕਲ ਬਾਰੇ ਪੜ੍ਹਾਂਗੇ। ਤਦ ਤੱਕ ਲਈ ਗੁੱਡ ਬਾਏ।